Watch Daily Hiteshi, Voice of Nation. ਜੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਆਈ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਸਾਡੀ ਇਹ ਵੀਡੀਓ ਜ਼ਰੂਰ ਦੇਖੋ। ਇਸ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਦਾ ਇਕੱਲੇ ਹੋਣਾ ਕਿੰਨਾ ਕੁ ਕਠਿਨਾਈਆਂ ਭਰਿਆ ਹੋ ਸਕਦਾ ਹੈ, ਆਓ ਜਾਣਦੇ ਹਾਂ ਮਨਜੀਤ ਕੌਰ ਤੋਂ। ਦੂਜੀ ਇਹ ਕਿ ਆਪਾਂ ਸਮਾਜ ਦੇ ਵਿੱਚ ਜਦੋਂ ਰਹਿੰਦੇ ਆ ਸਾਨੂੰ ਲੋਕੀ ਕਹਿੰਦੇ ਨੇ ਕਿ ਧੀਆਂ ਦੇ ਸਾਰੇ ਹੱਕ ਧੀਆਂ ਦੀ ਸੁਣੀ ਜਾਂਦੀ ਹੈ। ਨਹੀਂ, ਉਹ ਇੱਥੇ ਨਹੀਂ ਸੁਣੀ ਜਾਂਦੀ। ਉਹ ਬਾਹਰਲੇ ਮੁਲਕਾਂ 'ਚ ਹੀ ਆ ਕਿ ਕੁੜੀਆਂ ਦੀ ਜਨਾਨੀਆਂ ਦੀ ਸੁਣੀ ਜਾਂਦੀ ਹੈ, ਬੱਚਿਆਂ ਦੀ ਨਹੀਂ। ਇੰਡੀਆ 'ਚ ਕਿਤੇ ਕਿਸੇ ਦੀ ਨਹੀਂ ਸੁਣੀ ਜਾਂਦੀ। ਆਓ ਵੇਖਦੇ ਹਾਂ ਸਾਡੇ ਸਮਾਜ ਵਿੱਚ ਔਰਤ ਦੇ ਦੁਖਦਾਈ ਹਾਲਾਤਾਂ ਨੂੰ ਬਿਆਨ ਕਰਦੀ ਇਹ ਕਹਾਣੀ। ਆਓ ਤੁਹਾਨੂੰ ਲੈ ਚਲੀਏ ਅੱਜ ਜੋਹਲ ਹਸਪੀਟਲ ਜਲੰਧਰ ਵਿਖੇ, ਜਿੱਥੇ ਭਾਰਤ ਦੀ ਪਹਿਲੀ ਮਹਿਲਾ ਐਂਬੂਲੈਂਸ ਡਰਾਈਵਰ ਮਨਜੀਤ ਕੌਰ ਐਂਬੂਲੈਂਸ ਵਾਲੇ, ਉਹਨਾਂ ਦੇ ਨਾਲ ਅੱਜ ਤੁਹਾਨੂੰ ਰੂਬਰੂ ਕਰਵਾਉਂਦੇ ਆ। ਡੇਲੀ ਹਿਤੈਸ਼ੀ ਦੀ ਟੀਮ, ਮੈਂ ਪਰਮਜੀਤ ਸਿੰਘ ਰਾਣਵਾ ਤੇ ਮੇਰੇ ਨਾਲ ਨੇ ਮੇਰੇ ਸਾਥੀ ਕੈਮਰਾਮੈਨ ਰਣਵੀਰ ਸਿੱਧੂ ਜੀ। ਸੋ ਆਓ ਤੁਹਾਨੂੰ ਲੈ ਚਲਦੇ ਆ ਜੋਹਲ ਹਸਪੀਟਲ ਜਲੰਧਰ, ਰਾਮਾ ਮੰਡੀ ਦੇ ਨਜ਼ਦੀਕ ਹੈ ਇਹ ਹਸਪੀਟਲ। आओ चलते हैं, मनजीत कौर जी नाल तुहानू रूबरू करवाने हैं जी। एक उम्र बिताई है मैंने तकलीफ़ों के साथ, एक उम्र बिताई है मैंने तकलीफ़ों के साथ। अब जो तकलीफ़ ना हो तो तकलीफ़ होती है। एक ऐसी ही शख्सियत महान पूरी दुनिया दे विच जिहड़े मशहूर हो चुके ने, जिन्हां दे जीवन दे उपर PTC पंजाबी वाले ने पिक्चर भी बनाई है। इन्हां दी जीवनी दे उपर बड़ा स्ट्रगल, बड़ा संघर्ष इन्हां ने कीता। मेरी मुराद है मनजीत कौर एंबूलेंस वाली, जिहड़े नाम दे नाले मशहूर ने, मनजीत कौर एंबूलेंस वाली, जो जौहल हॉस्पिटल रामा मंडी ਇਹਦੇ ਵਿੱਚ ਜੌਬ ਕਰਦੇ ਨੇ ਤਕਰੀਬਨ ਪਿਛਲੇ 6 ਸਾਲਾਂ ਤੋਂ। 14 ਸਾਲ ਦਾ ਸਮਾਂ ਜਿਨ੍ਹਾਂ ਨੂੰ ਐਂਬੂਲੈਂਸ ਚਲਾਉਂਦੇ ਆ ਇਸੇ ਲਾਈਨ ਦੇ ਵਿੱਚ ਹੋਇਆ ਹੈ। ਆਓ ਅੱਜ ਜਾਣਦੇ ਆ ਮਨਜੀਤ ਕੌਰ ਐਂਬੂਲੈਂਸ ਵਾਲਿਆਂ ਤੋਂ ਵੀ ਉਹ ਕਿਵੇਂ ਇਸ ਫੀਲਡ ਦੇ ਵਿੱਚ ਆਏ, ਕਿਵੇਂ ਇਸ ਕਿੱਤੇ ਨੂੰ ਉਹਨਾਂ ਨੇ ਅਪਣਾਇਆ। ਮਨਜੀਤ ਕੌਰ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਐਂਬੂਲੈਂਸ ਡਰਾਈਵਰ ਮਨਜੀਤ ਜਲੰਧਰ ਤੋਂ ਜੀ। ਮਨਜੀਤ ਕੌਰ ਜੀ, ਤੁਸੀਂ ਸਰੋਤਿਆਂ ਨੂੰ ਦੱਸੋ ਵੀ ਕਿਸ ਤਰ੍ਹਾਂ ਤੁਸੀਂ ਇਹ ਕਿੱਤਾ ਅਪਣਾਇਆ, ਕਿਵੇਂ ਇਸ ਕਿੱਤੇ ਵਿੱਚ ਆਏ ਤੁਸੀਂ? ਮੈਂ ਜਿਸ ਤਰ੍ਹਾਂ ਸ਼ੁਰੂ ਦੇ ਵਿੱਚ ਵੀ ਦੱਸਿਆ ਹੈ ਕਿ ਮੇਰੇ ਘਰ ਦੇ ਹਾਲਾਤ ਇਦਾਂ ਦੇ ਸੀ ਕਿ ਜਿਨ੍ਹਾਂ ਦੇ ਵਿੱਚ ਰੋਟੀ ਰੋਜੀ ਕਮਾਉਣ ਦਾ ਕੋਈ ਸਾਧਨ ਨਹੀਂ ਸੀ ਹੈਗਾ। ਬਸ ਉਹੀ ਪਹਿਲੀਆਂ ਗੱਲਾਂ ਅੱਜ ਵੀ ਮੇਰੇ ਜ਼ਹਿਨ ਦੇ ਵਿੱਚ ਇਦਾਂ ਹੀ ਨੇ ਜਿੱਦਾਂ ਪਹਿਲਾਂ ਸੀ ਕਿ ਰੋਟੀ ਰੋਜੀ ਕਮਾਉਣ ਦਾ ਸਾਧਨ ਕਿੱਦਾਂ ਕੀਤਾ ਜਾਵੇ, ਕਿਉਂਕਿ ਮੈਂ ਪੜ੍ਹੀ ਲਿਖੀ ਹੈ ਨਹੀਂ ਸੀ, ਘਰ ਦਾ ਕੋਈ ਸਾਥ ਨਹੀਂ ਸੀ ਹੈਗਾ। ਫਿਰ ਮੈਂ ਇੱਥੇ ਜਲੰਧਰ ਆਣ ਕੇ ਐਂਬੂਲੈਂਸ ਚਲਾਉਣੀ ਸ਼ੁਰੂ ਕੀਤੀ ਸੀ। ਕਿਹੜੇ ਸੰਨ ਦੇ ਵਿੱਚ ਕੁਛ ਯਾਦ? ਨਹੀਂ, ਇੱਦਾਂ ਮੈਨੂੰ ਸੰਨ ਤੇ ਕੁਛ ਯਾਦ ਨਹੀਂ, ਕਿਉਂਕਿ ਡੈਡ ਬੁੜੀਆਂ ਢੋ ਕੇ ਦਿਮਾਗ ਹੁਣ ਘੁੰਮ ਗਿਆ ਇੱਕ ਹਿਸਾਬ ਦਾ, ਵੀ ਚੇਤਾ ਨਹੀਂ। ਪਰ ਇੰਨਾ ਹੈ ਕਿ ਮੈਨੂੰ 14 ਸਾਲ ਹੋ ਗਏ ਨੇ ਐਂਬੂਲੈਂਸ ਚਲਾਉਂਦੇ ਆ। ਸ਼ੁਰੂਆਤ ਕਿਵੇਂ ਹੋਈ ਸੀ ਔਰ ਕਦੋਂ ਹੋਈ ਸੀ ਪਹਿਲੀ ਵਾਰੀ? ਪਹਿਲੀ ਵਾਰੀ ਸ਼ੁਰੂਆਤ ਜਿਸ ਤਰ੍ਹਾਂ ਮੈਂ ਪਹਿਲਾਂ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਸੀ, ਇੱਥੇ ਆਣ ਕੇ ਕੋਈ ਮੇਰੇ ਕੋਲ ਸਾਧਨ ਨਹੀਂ ਸੀ ਹੈਗਾ। ਫਿਰ ਬਾਅਦ ਦੇ ਵਿੱਚ ਐਂਬੂਲੈਂਸ ਕਬਾੜ ਦੇ ਵਿੱਚੋਂ ਕੱਢ ਕੇ ਫਿਰ ਮੈਂ ਉਹ ਲਈ ਸੀ, ਲੈ ਕੇ ਫਿਰ ਉਹਨੂੰ ਐਂਬੂਲੈਂਸ ਬਣਾ ਕੇ ਫਿਰ ਮੈਂ ਚਲਾਇਆ ਸੀ। ਤੇ ਪਹਿਲੇ ਦਿਨ ਮੈਂ ਡੈਡ ਬੋਡੀ ਜਦੋਂ ਲੈ ਕੇ ਗਈ ਸੀ ਤੇ ਮੈਨੂੰ ਆਪਣੀ ਮਾਂ ਹੀ ਚੇਤੇ ਆਈ ਸੀ। ਉਹਨਾਂ ਨੂੰ ਡੈਡ ਬੋਡੀ ਲੈ ਕੇ ਜਾਣ ਦੇ ਟਾਈਮ ਕੁੜੀਆਂ ਨੂੰ ਦੇਖਿਆ ਸੀ ਜਿੱਦਾਂ ਰੋਂਦੀਆਂ ਨੇ, ਪਰ ਮੈਨੂੰ ਆਪਣੀ ਮਾਂ ਚੇਤੇ ਆ ਗਈ। ਫਿਰ ਮੇਰੇ ਭਰਾ ਨੇ ਇਹ ਗੱਲ ਕਹੀ ਕਿ ਨਹੀਂ, ਤੂੰ ਇਹ ਨਹੀਂ ਰੋਣਾ, ਨਹੀਂ, ਤੂੰ ਆਪਣਾ ਕੰਮ ਕਰਨਾ ਆ, ਕੰਮ ਕਰਕੇ ਰੋਟੀ ਰੋਜੀ ਕਮਾਣੀ ਆ ਤੇ ਬੇਟੇ ਨੂੰ ਪਾਲਣਾ ਆ। ਉਸ ਤੋਂ ਬਾਅਦ ਫਿਰ ਮੈਂ ਮਤਲਬ ਕਿ ਪਿੱਛਾ ਭੌਂ ਕੇ ਨਹੀਂ ਦੇਖਿਆ, ਫਿਰ ਮੈਂ ਆਪਣਾ ਕੰਮ ਜਾਰੀ ਰੱਖਿਆ। ਜਿਵੇਂ ਮੈਂ ਜ਼ਿਕਰ ਕੀਤਾ ਵੀ ਇੱਕ ਉਮਰ ਬਿਤਾਈ ਹੈ ਮੈਨੇ तकलीफ़ों के साथ, अब जो तकलीफ़ ना हो तो तकलीफ़ होती है। एक उम्र तकलीफ़ां दे विच बिताई ते हुण तकलीफ़ां सह सह के बई मनजीत कौर हुण इस मुकाम ते पहुँच चुके ने जो मैं तुहाडे बारे सुनिया ते कुछ उहदे बारे भी। हाँ जी, तकलीफा तो जिऊँ ब्याही गई सी तकलीफा ही सी मैनू भी घर वाला इदा शराबी मिल गया, घर दे विच जेठ सी, ननान सी, मैंटल सी,
ਘਰ ਦੇ ਹਾਲਾਤ ਜਿਹੜੇ ਇੰਨੇ ਕੁ ਮਾੜੇ ਉਹਨਾਂ ਨੇ ਕਰਤੇ ਸੀ। ਮੇਰੇ ਜ਼ਮੀਨ ਸੀ, ਅੱਜ ਹੁਣ ਬੇਟੇ ਦਾ ਰਿਸ਼ਤਾ ਕਰਨ ਲੱਗਣੇ ਆ ਤੇ ਉਹ ਪਹਿਲਾਂ ਜ਼ਮੀਨ ਦੇਖਦੇ ਆ ਕਿ ਮੁੰਡੇ ਦੀ ਜ਼ਮੀਨ ਕਿੰਨੀ ਆ ਨਾ, ਤੇ ਜ਼ਮੀਨ ਵੀ ਸੀ, ਸਾਰਾ ਕੁਝ ਹੀ। ਜ਼ਮੀਨ 6 ਕਿੱਲੇ ਸੀ ਜਿਹੜੀ ਮੇਰੇ ਘਰ ਵਾਲੇ ਨੇ ਸ਼ਰਾਬਾਂ ਦੇ ਨਾਲ ਵੇਚਦੀ, ਟਰੈਕਟਰ ਵੇਚਦਾ, ਗੱਡੀ ਵੇਚਦੀ ਹਨਾ। ਉਹ ਤਕਲੀਫਾਂ ਜਿਹੜੀਆਂ ਅੱਜ ਵੀ ਹੈਗੀਆਂ ਨੇ ਅੰਦਰ, ਉਹ ਖਤਮ ਤੇ ਨਹੀਂ ਹੁੰਦੀਆਂ ਬੰਦੇ ਦੀਆਂ। ਵਕਤ ਜਿਹੜਾ ਉਹ ਲੋਕੀ ਕਹਿੰਦੇ ਨੇ ਵਕਤ ਮਨਜੀਤ ਦਾ ਬਦਲ ਗਿਆ, ਪਰ ਮਨਜੀਤ ਦੇ ਅੰਦਰ ਤਕਲੀਫਾਂ ਤੇ ਅੱਜ ਵੀ ਉਹੀ ਨੇ, ਉਹ ਨਹੀਂ ਹਜੇ ਬਦਲੀਆਂ। ਉਹ ਜਿੱਦਣ ਬਦਲਣਗੀਆਂ ਉਦੋਂ ਮੈਂ ਸਾਰਿਆਂ ਨੂੰ ਕਹਾਂਗੇ ਕਿ ਅੱਜ ਮਨਜੀਤ ਦੀਆਂ ਤਕਲੀਫਾਂ ਬਦਲ ਗਈਆਂ ਨੇ, ਹਜੇ ਨਹੀਂ ਬਦਲੀਆਂ। ਜਦੋਂ ਮੈਂ ਐਂਬੂਲੈਂਸ ਹੀ ਚਲਾਉਣ ਲੱਗੀ ਸੀ, ਬੇਟਾ ਛੋਟਾ ਸੀ, ਬੇਟੇ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕੀਤੀ ਕਿ ਬੇਟਾ ਪੜ੍ਹ ਜੇ ਮੇਰਾ, ਪਰ ਉਦੋਂ ਵੀ ਮੇਰੇ ਆਪਣਿਆਂ ਨੇ ਮੇਰੇ ਤੇ ਇਦਾਂ ਦੇ ਜਿਹਨੂੰ ਕਹਿ ਲਓ ਕਿ ਸਤਮ ਢਾਏ ਕਿ ਜਿਨ੍ਹਾਂ ਦੇ ਕਰਕੇ ਮੇਰਾ ਬੇਟਾ ਪੂਰੀ ਪੜ੍ਹਾਈ ਵੀ ਨਹੀਂ ਕਰ ਸਕਿਆ ਨਾ। ਤੇ ਪਰ ਫਿਰ ਵੀ ਸਾਨੂੰ ਡਾਕਟਰ ਸਾਹਿਬ ਨੇ ਇੰਨਾ ਸਾਥ ਦਿੱਤਾ ਕਿ ਮੇਰੇ ਬੇਟੇ ਨੂੰ ਉਹਨਾਂ ਨੇ ਬਾਹਰ ਭੇਜ ਦਿੱਤਾ। ਅੱਜ ਮੇਰੇ ਬੇਟੇ ਨੂੰ 4 ਸਾਲ ਹੋ ਗਏ ਨੇ ਬਾਹਰ ਗਏ ਨੂੰ, ਡਰਾਈਵਰੀ ਦਾ ਲਾਇਸੈਂਸ ਵੀ ਬਣਾ ਕੇ ਉਹਨਾਂ ਨੇ ਦਿੱਤਾ ਹੈ। ਪਰ ਗੱਲ ਫਿਰ ਉੱਥੇ ਆਣ ਕੇ ਮੁੱਕਦੀ ਹੈ, ਜੋ ਮਰਜ਼ੀ ਕਰ ਲਈਏ ਜ਼ਿਮੀਂਦਾਰਾਂ ਨੂੰ ਤੇ ਇਹੀ ਹੁੰਦਾ ਹੈ ਕਿ ਇਹਦੀ ਜ਼ਮੀਨ ਨਹੀਂ ਹੈਗੀ। ਅੱਜ ਵੀ ਉਹ ਮੇਰੇ ਅੰਦਰ ਇਹੀ ਚੀਜ਼ ਨੂੰ ਬਲ-ਬਲ ਉੱਠਦੀ ਆ ਕਿ ਜੇ ਉਹੀ ਜ਼ਮੀਨ ਅੱਜ ਸਾਡੇ ਕੋਲ ਹੁੰਦੀ ਹੈ ਨਾ, ਤਾਂ ਮੈਨੂੰ ਇਹ ਚੀਜ਼ਾਂ ਨੂੰ ਪੁੱਛਣਾ ਨਹੀਂ ਸੀ ਪੈਣਾ ਕਿਸੇ ਨੂੰ ਵੀ ਕਿ ਮੇਰੇ ਬੇਟੇ ਦੀ ਜ਼ਮੀਨ ਕਿੰਨੀ ਆ। ਪਹਿਲਾਂ ਤੇ ਸੀ ਉਹਨੂੰ ਪਾਲਣ ਦਾ, ਅੱਜ ਉਹਦੇ ਰਿਸ਼ਤੇ ਹੁੰਦੇ ਆ, ਇਹੀ ਗੱਲ ਹੁੰਦੀ ਆ ਕਿ ਮੁੰਡੇ ਦੀ ਜ਼ਮੀਨ ਕਿੰਨੀ ਆ। ਫਿਰ ਗੱਲ ਆਉਂਦੀ ਆ ਮੁੰਡੇ ਦੀ ਮਾਂ ਗੱਡੀ ਚਲਾਉਂਦੀ ਆ। ਗੱਡੀ ਚਲਾਉਣਾ ਕੋਈ ਗੁਨਾਹ ਤਾਂ ਨਹੀਂ ਸੀ ਹੈਗਾ, ਮੈਂ ਗੱਡੀ ਚਲਾ ਕੇ ਆਪਣਾ ਬੇਟਾ ਪਾਲਿਆ ਸੀ। ਪਰ ਉਹ ਚੀਜ਼ ਨੂੰ ਮੈਨੂੰ ਪਤਾ ਹੈ, ਮੇਰੇ ਬੇਟੇ ਨੇ ਵੀ ਇਹ ਗੱਲ ਕਹੀ ਕਿ ਮੰਮੀ ਨਹੀਂ ਤੁਸੀਂ ਇਸ ਚੀਜ਼ ਨੂੰ ਨਾ ਸੋਚੋ। ਉਹਨੇ ਇੱਕ ਦਿਨ ਹੀ ਇਹ ਗੱਲ ਕਹੀ ਕਿ ਮੰਮੀ ਤੁਸੀਂ ਲੋਕਾਂ ਦਾ ਰਿਸ਼ਤੇ ਹੁੰਦੇ ਆ, ਲੋਕੀ ਇਹ ਚੀਜ਼ ਨੂੰ ਸੋਚਦੇ, ਉਹਦੀ ਮੰਮੀ ਗੱਡੀ ਚਲਾਉਂਦੀ ਆ। ਗੱਡੀ ਚਲਾਉਣਾ ਕੋਈ ਪਾਪ ਤਾਂ ਨਹੀਂ, ਗੁਨਾਹ ਤਾਂ ਨਹੀਂ ਕੀਤਾ ਮੈਂ ਜੇ ਮੈਂ ਚਲਾਨੀ ਆ ਤੇ। ਪਰ ਮੇਰਾ ਕਿਸੇ ਨੇ ਇਹ ਚੀਜ਼ ਨੂੰ ਨਹੀਂ ਸੀ ਕੀਤਾ, ਮੇਰੇ ਕਿਸੇ ਕੀਤਾ ਕਿ ਆਪਣਿਆਂ ਨੇ ਕੀਤਾ। ਪਹਿਲਾਂ ਮੇਰੇ ਘਰਦਿਆਂ ਨੇ ਇਦਾਂ ਦਾ ਮੈਨੂੰ ਘਰ ਵਾਲਾ ਲੱਭ ਦਿੱਤਾ, ਉਸ ਤੋਂ ਬਾਅਦ ਉਹਨੇ ਸਾਰੀ ਜ਼ਮੀਨ ਵੇਚਤੀ। ਜ਼ਮੀਨ ਵੇਚਣ ਤੋਂ ਬਾਅਦ ਘਰ ਦਾ ਸਮਾਨ ਵੇਚਿਆ, ਫਿਰ ਮੈਨੂੰ ਵੀ ਵੇਚਿਆ ਉਹਨੇ। ਪਰ ਉਹ ਚੀਜ਼ਾਂ ਮੈਨੂੰ ਅੱਜ ਵੀ ਇਹੀ ਨੇ ਕਿ ਕੱਲ ਬੱਚੇ ਦੀ ਜ਼ਿੰਦਗੀ ਆ, ਉਹ ਕਿੱਦਾਂ ਨਿਕਲਣੀ ਆ, ਕਿਸ ਤਰ੍ਹਾਂ ਨਿਕਲਣੀ ਆ। ਪਰ ਇਹ ਚੀਜ਼ ਤੇ ਮੇਰਾ ਬੇਟਾ ਅੱਜ ਵੀ ਮੇਰੇ ਨਾਲ ਆ, ਉਹ ਕਹਿੰਦਾ ਨਹੀਂ ਮੰਮੀ ਤੁਸੀਂ ਇਹ ਚੀਜ਼ ਨਾ ਸੋਚੋ। ਪਰ ਨਹੀਂ, ਸੋਚਣੀ ਪੈਂਦੀ ਆ, ਸੋਚਣ ਤੇ ਮਜਬੂਰ ਹੁੰਨੀ ਆ ਮੈਂ। ਕਈ ਰਿਸ਼ਤੇ ਹੁੰਦੇ ਆ, ਸਾਰਾ ਕੁਝ ਹੁੰਦਾ ਆ, ਪਰ ਉਹ ਚੀਜ਼ ਨੂੰ ਨਹੀਂ ਭੁੱਲ ਸਕਦੀ ਮੈਂ। ਕੋਈ ਨਹੀਂ ਦੁੱਖ ਦੇਣ ਵਾਲਾ, ਮੇਰਾ ਆਪਣੇ ਹੀ ਸੀ ਸਾਰੇ। ਬੜੀ ਕੋਸ਼ਿਸ਼ ਕਰਨੀ ਆ ਕਿ ਮੈਂ ਇਦਾਂ ਨਾ ਮਤਲਬ ਕਿ ਰੋਵਾਂ ਨਾ, ਪਰ ਅੰਦਰ ਤੇ ਮੇਰਾ ਰੋਂਦਾ ਹੀ, ਚਾਹੇ ਬਾਹਰ ਮੈਂ ਜਿੰਨੀ ਮਰਜ਼ੀ ਖੁਸ਼ ਹੁੰਨੀ ਆ ਸਾਰਿਆਂ ਦੇ ਸਾਹਮਣੇ, ਅੰਦਰ ਮੇਰਾ ਰੋਂਦਾ ਹੀ ਆ। ਉਹ ਚੀਜ਼ ਨੂੰ ਮੈਂ ਇਹ ਨਹੀਂ ਕਹਿ ਸਕਦੀ ਕਿ ਹਾਂ ਮੈਂ ਇਦਾਂ ਬੜੀ ਸੌਖੀ ਆ। ਮੈਂ ਪਤਾ ਨਹੀਂ ਸੌਖੀ ਕਦੋਂ ਹੋਣਾ, ਮੈਨੂੰ ਇਹ ਚੀਜ਼ ਦਾ ਹਜੇ ਨਹੀਂ ਪਤਾ। ਮੈਂ ਇਹ ਚੀਜ਼ ਨੂੰ ਆਪਣੇ ਆਪ ਸੋਚ ਕੇ ਕੋਸਦੀ ਰਹਿੰਦੀ ਹਾਂ। ਹੁਣ ਮੈਂ ਪਿੱਛੇ ਬਿਮਾਰ ਹੋ ਗਈ ਸੀ, ਮੇਰੀਆਂ ਲੱਤਾਂ ਖਲੋ ਗਈਆਂ ਸੀ, ਯਕਦਮ ਡਿਊਟੀ ਦੇ ਉੱਤੇ ਸੀ ਜਦੋਂ ਮੈਂ ਬਿਮਾਰ ਹੋਈ ਆ। ਬੇਟਾ ਮੇਰਾ ਯਕਦਮ ਆ ਗਿਆ, ਰਾਤ ਨੂੰ ਡਾਕਟਰ ਸਾਹਿਬ ਨੇ ਫੋਨ ਕੀਤਾ, ਸਵੇਰੇ ਆ ਗਿਆ। ਇੱਕੋ ਹੀ ਸੀ ਜਿਹਨੇ ਆਉਣਾ ਸੀ, ਹੋਰ ਤੇ ਮੇਰਾ ਕੋਈ ਆਇਆ ਨਾ। ਪਰ ਮੇਰੀ ਡਾਕਟਰ ਸਾਹਿਬ ਨੇ ਬਹੁਤ ਹੈਲਪ ਕੀਤੀ। ਉਦੋਂ ਮੈਨੂੰ ਇਦਾਂ ਲੱਗਦਾ ਸੀ ਕਿ ਜਿੱਦਾਂ ਹੁਣ ਮੈਂ ਮੁੱਕ ਜਾਣਾ ਤੇ ਮੇਰਾ ਬੇਟਾ ਇਕੱਲਾ ਰਹਿ ਜਾਣਾ, ਮਗਰ ਕੋਈ ਹੈ ਨਹੀਂ ਉਹਦੇ ਕੋਲ ਨਾ। ਇਹੀ ਚੀਜ਼ ਅੰਦਰੋਂ ਅੰਦਰ ਖਾਂਦੀ ਹੈ ਕਿ ਮੇਰਾ ਬੇਟਾ ਇਕੱਲਾ ਆ। ਪਰ ਮੈਂ ਕਿੰਨਾ ਕੁ ਚਿਰ ਇਦਾਂ ਸੋਚਦੀ ਰਹਿੰਦੀ ਹਾਂ ਪਰ ਮੈਂ ਕਿੱਦਾਂ ਚਿਰ ਕੱਢਾਂਗੀ ਇਦਾਂ ਨਾ, ਮੈਂ ਉਹਨੂੰ ਨਹੀਂ ਕਹਿ ਸਕਦੀ ਇਹ ਚੀਜ਼ ਬਾਰੇ। ਜਿਸ ਤਰ੍ਹਾਂ ਮੇਰੇ ਤੇ ਐਂਬੂਲੈਂਸ ਵਾਲੇ ਨੇ ਕੇਸ ਕੀਤਾ ਸੀ, ਪਹਿਲਾਂ ਮੇਰੇ ਨਾਲ ਲੜਦਾ ਸੀ। ਪਹਿਲਾਂ ਕੇਸ ਜਿਹੜੇ ਸੀ ਉਹ ਮੇਰੇ ਮੁੱਕ ਗਏ, 3 ਕੇਸ ਸੀ ਉਹਨੇ ਮੇਰੇ ਤੇ ਕੀਤੇ ਸੀ, ਉਹ ਮੇਰੇ ਖਤਮ ਹੋ ਗਏ। ਚਲੋ ਮੈਨੂੰ ਉਦੋਂ, ਮੈਂ ਅੱਜ ਵੀ ਇਹ ਚੀਜ਼ ਨੂੰ ਮੰਨਣੀ ਆ ਕਿ ਮੈਨੂੰ ਪਤਾ ਨਹੀਂ ਸੀ, ਮੈਂ ਪੜ੍ਹੀ ਲਿਖੀ ਨਹੀਂ ਸੀ ਹੈਗੀ, ਮੈਨੂੰ ਪਤਾ ਨਹੀਂ ਸੀ ਵੀ ਕੇਸ ਜਿਹੜੇ ਚੱਲਦੇ ਮੇਰੇ ਵੱਲੋਂ ਕੇਸ ਸੀ ਉਹਦੇ ਤੇ, ਉਹਨਾਂ ਕੇਸਾਂ 'ਚੋਂ ਬਰੀ ਹੋ ਗਿਆ। ਕਿਉਂਕਿ ਮੈਂ ਨਾ ਵਕੀਲ ਕਰਾ ਸਕੀ, ਨਾ ਮੈਨੂੰ ਪਤਾ ਸੀ ਵੀ ਉੱਥੋਂ ਜਾ ਕੇ ਜੱਜ ਦੇ ਕੋਲੋਂ ਜਾਂ ਕੀ ਕਲੀਨਸ ਲਈ ਦੀ ਕੀ ਕਰੀਦਾ, ਮੈਨੂੰ ਨਹੀਂ ਸੀ ਪਤਾ ਇਹਨਾਂ ਚੀਜ਼ਾਂ ਦਾ। ਮੈਨੂੰ ਇਹਨਾਂ ਦਾ ਚੀਜ਼ਾਂ ਦਾ ਪਤਾ ਨਹੀਂ ਸੀ ਹੈਗਾ ਨਾ ਵੀ ਕੇਸ ਜਦੋਂ ਨਿਬੜ ਜਾਂਦੇ ਆ ਨਾ ਉਹਦੀ ਕਲੀਨਸ ਲੈਣੀ ਹੁੰਦੀ ਆ ਕੋਰਟ ਦੇ ਵਿੱਚ ਜਾ ਕੇ। ਪਰ ਇਸ ਚੀਜ਼ ਦਾ ਉਹ ਨਜਾਇਜ਼ ਫਾਇਦਾ ਲੈ ਗਿਆ। ਮੈਨੂੰ ਇਹ ਸੀ ਮੇਰੇ ਕੋਰਟ ਕੇਸ ਨਿਬੜ ਗਏ ਆ ਹੈ ਨਾ, ਤੇ ਚਲੋ ਮੈਂ ਹੁਣ ਫ੍ਰੀ ਹੋ ਗਈ ਆ, ਮੇਰਾ ਬੇਟਾ ਵੀ ਫ੍ਰੀ ਹੋ ਗਿਆ, ਮੈਂ ਵੀ ਫ੍ਰੀ ਹੋ ਗਈ, ਮੈਂ ਆਪਣੇ ਆਰਾਮ ਨਾਲ ਕੰਮ ਕਰਦੀ ਜੀ। ਉਹਨੇ 2 ਸਾਲ ਬਾਅਦ ਆਣ ਕੇ ਫਿਰ ਮੇਰੇ ਤੇ ਕੇਸ ਕਰ ਦਿੱਤਾ ਵੀ ਮੇਰੇ ਇਹਦੇ ਕਰਕੇ ਮੇਰਾ ਘਰ ਜਿਹੜਾ ਡਿਸਟਰਬ ਹੋ ਗਿਆ, ਮੇਰਾ ਘਰ ਜਿਹੜਾ ਇਹਦੇ ਕਰਕੇ ਬਰਬਾਦ ਹੋ ਗਿਆ। ਹੁਣ ਉਹਦੀ ਘਰ ਦੀ ਚਲੇ ਗਈ, ਇਹ 'ਚ ਮੇਰਾ ਕੀ ਕਸੂਰ ਨਾ। ਪਰ ਮੈਨੂੰ ਤੇ ਉਹਨੇ ਫੇਰ ਉਹੀ ਕੰਜਰਖਾਨੇ ਦੇ ਵਿੱਚ ਪਾਤਾ। ਹੁਣ ਫੇਰ ਕੋਰਟ ਦੇ ਵਿੱਚ ਕੇਸ ਆ, ਫਿਰ ਮੇਰੇ ਕੋਲ ਫੇਰ ਕੇਸ ਵਾਸਤੇ ਮੈਨੂੰ ਇਹ ਚੀਜ਼ ਦਾ ਪਤਾ ਨਹੀਂ ਸੀ ਕਿ ਮੈਂ ਉਹਨੂੰ ਕਿੱਦਾਂ ਵੀ ਸੰਭਲਣਾ ਹੈ, ਉਹਨੂੰ ਕਿੱਦਾਂ ਕਰਨਾ ਹੈ ਕੇਸ ਨੂੰ। ਫਿਰ ਮੈਂ ਸਿਰਜਣਹਾਰੀ ਟੀਮ ਦੇ ਵਿੱਚ ਸਾਡੇ ਨਵਜੋਤ ਕੌਰ ਚੱਬਾ ਜੀ ਨੇ,
ਉਹਨਾਂ ਕੋਲ ਮੈਂ ਤਰਨ ਜਾ ਕੇ ਆਈ, ਉਹਨਾਂ ਨੇ ਫਿਰ ਅੱਗੋਂ ਮੈਨੂੰ ਵਕੀਲ ਕਰਕੇ ਦਿੱਤਾ। ਵਕੀਲ ਸਾਹਿਬ ਨੇ ਇਹ ਗੱਲ ਕਹੀ ਵੀ ਕੋਈ ਗੱਲ ਨਹੀਂ ਮਨਜੀਤ, ਇਸ ਤਰ੍ਹਾਂ ਕੇਸ ਦੇਖਣੇ ਆ। ਮੈਨੂੰ ਤਾਂ ਪੇਪਰਾਂ ਦਾ ਵੀ ਨਹੀਂ ਸੀ ਪਤਾ ਹੈਗਾ ਨਾ ਵੀ ਕਿੱਦਾਂ ਪੇਪਰ ਕਢਾਈ ਦੇ ਨੇ, ਕਿੱਦਾਂ ਕਰੀਦਾ। ਪਰ ਉਹਨਾਂ ਨੇ ਫਿਰ ਵੇਖਿਆ, ਉਹ ਕਹਿੰਦੇ ਮਨਜੀਤ ਤੂੰ, ਤੇਰਾ ਕੇਸ ਇੰਨਾ ਸਟਰੋਂਗ ਸੀ, ਤੇਰੇ ਨਾਲ ਉਹਨੇ ਇੰਨੇ ਅਤਿਆਚਾਰ ਕੀਤੇ ਆ, ਸਾਰਾ ਕੁਝ ਕੀਤਾ ਨਾ, ਫਿਰ ਤੂੰ ਕਿਉਂ ਨਹੀਂ ਇਹ ਚੀਜ਼ ਦਾ ਕੀਤਾ। ਮੈਂ ਕਿਹਾ ਮੈਮ ਇੱਕ ਤਾਂ ਮੇਰੇ ਕੋਲ ਪੈਸੇ ਨਹੀਂ ਸੀ ਹੈਗੇ, ਦੂਜਾ ਮੈਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਸੀ ਹੈਗਾ। ਮੈਨੂੰ ਤਾਂ ਇਹ ਸੀ ਮੈਂ ਆਪਣਾ ਬੇਟਾ ਸੇਫ ਕਰਨਾ ਤੇ ਮੈਂ ਆਪ ਸੇਫ ਰਹਿਣਾ, ਕਿਉਂਕਿ ਮੈਂ ਇੰਨੇ ਝਮੇਲਿਆਂ 'ਚ ਪਹਿਲਾਂ ਬੜਿਆਂ ਨਿਕਲੀ ਸੀ। ਮੈਂ ਕੋਰਟ ਕਚਹਿਰੀਆਂ ਤੋਂ ਬੜਾ ਦੂਰ ਰਹਿਣਾ ਚਾਹੁੰਦੀ ਹਾਂ, ਪਰ ਫਿਰ ਵੀ ਉਹ ਟਲਿਆ ਨਹੀਂ। ਉਹਨੇ ਹੁਣ ਫਿਰ ਮੇਰੇ ਤੇ ਕੇਸ ਕਰਤਾ। ਹੁਣ ਫਿਰ 3 ਮਹੀਨੇ ਹੋ ਗਏ ਉਹਨੇ ਮੇਰੇ ਤੇ ਕੇਸ ਕਰਤਾ। ਫਿਰ ਕੇਸ ਇਹ ਕੀਤਾ ਕਿ ਮੇਰੀ ਇਹਦੇ ਕਰਕੇ ਮੇਰੀ ਜਨਾਨੀ ਚਲੇ ਗਈ ਆ, ਜਾਂ ਮੇਰੇ ਘਰ 'ਚ ਕੁਝ ਵੀ ਲਾ ਲਓ ਹੋ ਗਿਆ ਉਹਦੇ, ਪਰ ਇਹਦੇ ਵਿੱਚ ਮੇਰਾ ਕੀ ਕਸੂਰ ਨਾ। ਮੈਂ ਝਮੇਲਿਆਂ ਦੇ ਵਿੱਚੋਂ ਹਜੇ ਨਿਕਲਦੀ ਨਹੀਂ ਪਈ। ਜੇ ਮੰਨ ਲਓ ਕੋਰਟ ਕੇਸ ਵੀ ਚੱਲਦੇ ਨੇ, ਹੁਣ ਮੇਰਾ ਤਲਾਕ ਦਾ ਕੇਸ ਮੈਂ ਲਾਇਆ ਸੀ, ਮੈਂ ਵੈਸੇ ਲਾਣਾ ਨਹੀਂ ਸੀ ਤਲਾਕ ਦਾ ਕੇਸ, ਕਿਉਂਕਿ ਮੈਨੂੰ ਉਹ ਪਰੇਸ਼ਾਨ ਜ਼ਿਆਦਾ ਕਰਨ ਲੱਗ ਗਿਆ ਸੀ। ਮੈਨੂੰ 8 ਸਾਲ ਹੋ ਗਏ ਮੇਰੇ ਨਾਲ ਨਹੀਂ ਰਹਿੰਦਾ ਮੇਰਾ ਘਰ ਵਾਲਾ, ਪਰ ਮੈਨੂੰ ਪਰੇਸ਼ਾਨ ਕਰਦਾ ਸੀ। ਮੈਂ ਕੋਰਟ ਕੇਸ ਲਾਤਾ ਹੈ ਨਾ, ਤੇ ਕੋਰਟ ਕੇਸ ਦੇ ਵਿੱਚ ਹੀ ਹਿਸਾਬ ਲਾ ਲਓ ਸਾਲ ਹੋ ਗਿਆ ਮੈਨੂੰ ਕੋਰਟ ਕੇਸ ਚੱਲਦਾ। ਫਿਰ ਅੱਜ ਫੋਨ ਆ ਗਿਆ ਵਕੀਲ ਸਾਹਿਬ ਦਾ ਕਿ ਉਹ ਜਿਹੜਾ ਤੇਰਾ ਕੋਰਟ ਕੇਸ ਆ ਉਹਦੀ 4ਥੇ ਮਹੀਨੇ ਦੀ 5 ਤਰੀਕ ਪੈ ਗਈ ਆ। 4 ਮਹੀਨੇ ਦਾ 6 ਮਹੀਨੇ ਦੇ ਪਹਿਲਾਂ ਤਰੀਕ ਪਈ, 4 ਮਹੀਨੇ ਦੀ ਹੁਣ ਸਾਲ ਹੋ ਗਿਆ। ਨਹੀਂ ਤੇ ਕਹਿੰਦੇ ਨੇ 5 ਸਾਲ ਤੋਂ ਬਾਅਦ ਚ ਘਰ ਵਾਲਾ ਨਾਲ ਨਾ ਹੋਏ ਤਾਂ ਤਲਾਕ ਹੋ ਜਾਂਦਾ। ਮੇਰਾ ਤੇ ਉਹ ਵੀ ਨਹੀਂ ਹੋਇਆ ਅਜੇ। ਤੁਹਾਨੂੰ ਤੇ 8 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਸ਼ਾਇਦ। ਮੈਨੂੰ ਤੇ 8 ਸਾਲ ਹੋ ਗਏ, 8 ਸਾਲ ਤੋਂ ਵੀ ਕੁਝ ਜ਼ਿਆਦਾ ਟਾਈਮ ਹੀ ਹੋ ਗਿਆ ਕਿ ਮੇਰੇ ਨਾਲ ਨਹੀਂ ਰਹਿ ਰਹੇ ਹੁਣ, ਵੀ ਮੈਂ ਇਕੱਲੀ ਰਹਿੰਦੀ ਆ। ਤੇ ਪਰ ਮੈਨੂੰ ਨਹੀਂ ਲੱਗਦਾ ਕਿ ਹਿਸਾਬ ਦਾ ਕੀ ਇਹ ਹੁੰਦਾ ਹੈ, ਕਿੱਦਾਂ ਹੁੰਦਾ। ਪਰ ਮੈਂ ਸੁਣਨੀ ਆ ਜਦੋਂ ਲੋਕਾਂ ਕੋਲੋਂ ਵੀ ਇਦਾਂ ਹੁੰਦੀ, ਵਕੀਲ ਕਾਨੂੰਨ ਇਦਾਂ ਹੁੰਦਾ, ਕੋਰਟਾਂ ਦੇ ਵਿੱਚ ਇਹ ਹੁੰਦਾ, ਕੁੜੀਆਂ ਦੀ ਹੈਲਪ ਹੁੰਦੀ ਆ, ਪਰ ਮੇਰੀ ਹਜੇ ਇਸ ਚੀਜ਼ ਦੀ ਨਹੀਂ ਹੋਈ ਹੈਗੀ। ਜੇ ਮੰਨ ਲਓ ਮੈਨੂੰ ਨਹੀਂ ਸੀ ਪਤਾ ਇਹਨਾਂ ਚੀਜ਼ਾਂ ਦਾ, ਤੇ ਮੈਨੂੰ ਉਧਰੋਂ ਹੀ ਕੋਈ ਇਦਾਂ ਜਿੱਦਾਂ ਸਰਕਾਰੀ ਵਕੀਲ ਮਿਲੇ ਸੀ, ਉਹੀ ਮੈਨੂੰ ਕਹਿ ਸਕਦੇ ਸੀ ਵੀ ਹਾਂ ਤੁਸੀਂ ਆਹ ਸਾਨੂੰ ਪੇਪਰ ਲਿਆ ਕੇ ਦਿਓ, ਆ ਇਦਾਂ ਕਰੋ, ਜੇ ਤੁਸੀਂ ਨਹੀਂ ਕੋਰਟ ਚ ਆਉਂਦੇ ਤਾਂ ਤੁਹਾਡੇ ਤੇ ਇਦਾਂ ਹੋ ਜਾਣਾ, ਤੁਹਾਡਾ ਇਦਾਂ ਕੇਸ ਜਿਹੜਾ ਨਾ ਇਹ ਢਿੱਲਾ ਪੈ ਜਾਣਾ। ਮੈਨੂੰ ਤਾਂ ਕਿਸੇ ਨੇ ਕੁਝ ਦੱਸਿਆ ਹੀ ਨਾ। ਮੈਂ ਤੇ ਆਪਣੀ ਸਿਰਫ ਇਹੀ ਚੀਜ਼, ਜਿੱਦਾਂ ਕਿ ਮੈਂ ਲੁਕਦੀ ਫਿਰਦੀ ਸੀ ਕਿ ਮੈਂ ਆਪਣੇ ਬੱਚੇ ਤੋਂ ਕੇਸ ਜਿਹੜਾ ਮੁੱਕ ਜਾਵੇ, ਮੇਰੇ ਤੋਂ ਮੁੱਕ ਜਾਵੇ, ਮੈਂ ਜ਼ਿੰਦਗੀ ਜਿਹੜੀ ਆਪਣੀ ਸੁੱਖ ਦੀ ਜੀਣਾ ਚਾਹੁੰਦੀ ਆ। ਪਰ ਮੈਨੂੰ ਲੱਗਦਾ ਨਹੀਂ ਕਿ ਮੇਰੀ ਹਜੇ ਜ਼ਿੰਦਗੀ ਦੇ ਵਿੱਚ ਸੁੱਖ ਹੈਗਾ ਕਿਤੇ। ਪਰ ਜਦੋਂ ਮੈਂ ਡਾਕਟਰ ਸਾਹਿਬ ਦੇ ਕੋਲ ਆ ਗਈ ਤਾਂ ਫਿਰ ਮੈਨੂੰ ਲੱਗਦਾ ਕਿ ਮੈਂ ਵੀ ਚਲੋ ਵਧੀਆ ਥਾਂ ਤੇ ਆ ਗਈ ਆ। ਇਹ ਆ ਵੀ ਜਿੱਦਾਂ ਅੱਗੇ ਮੈਨੂੰ ਬੰਦੇ ਪੈਂਦੇ ਹੁੰਦੇ ਸੀ, ਮੈਨੂੰ ਮਾਰਨ ਕੁੱਟਣ ਲੱਗਦੇ ਸੀ, ਗੱਡੀ ਚਲਾਣੀ ਕਰਨੀ, ਅੱਜ ਇੱਥੇ ਬੰਦੇ ਪੈ ਗਏ, ਅੱਜ ਇੱਥੇ ਪੈ ਗਏ, ਪਰ ਮੈਂ ਉਹਨਾਂ ਤੋਂ ਸੇਫ ਹੋ ਗਈ ਆ। ਅੱਜ ਵੀ ਡਾਕਟਰ ਸਾਹਿਬ ਦੀ ਕਿਤੇ ਵੀ ਗੱਡੀ ਲੈ ਕੇ ਜਾਂਦੀ ਆ ਤਾਂ ਪਤਾ ਹੁੰਦਾ ਕਿ ਜੋਲ ਹਸਪੀਟਲ ਦੀ ਗੱਡੀ ਲੈ ਕੇ ਮਨਜੀਤ ਆਈ ਆ। ਤੇ ਪਰ ਉਹ ਚੀਜ਼ ਨੂੰ ਇੱਥੇ ਉਹਨਾਂ ਦੀ ਨਹੀਂ ਚਾਲ ਚੱਲਦੀ ਤੇ ਫਿਰ ਉਹ ਕੋਰਟ ਕੇਸ ਕਰਨ ਲੱਗ ਜਾਂਦੇ ਮੇਰੇ ਤੇ, ਹਨਾ। ਫਿਰ ਉਹ ਚੀਜ਼ ਨੂੰ ਉਹ ਬੇਟੇ ਦੇ ਅਸਰ ਪੈਂਦਾ ਇਸ ਚੀਜ਼ ਦਾ ਵੀ ਇਹਨਾਂ ਦੇ ਕੋਰਟ ਕੇਸ ਚੱਲਦੇ ਆ, ਇਹਦੀ ਮਾਂ ਗੱਡੀ ਚਲਾਉਂਦੀ ਆ, ਇਹਨਾਂ ਦੀ ਜ਼ਮੀਨ ਹੈ ਨਹੀਂ। ਮਤਲਬ ਕਿ ਲੋਕੀ ਕਹਿੰਦੇ ਨੇ ਕਿ ਮਨਜੀਤ ਬਹੁਤ ਸੌਖੀ ਆ, ਪਰ ਨਹੀਂ, ਹਜੇ ਮਨਜੀਤ ਸੌਖੀ ਹੋਈ ਨਹੀਂ, ਹੈ ਨਾ। ਤੇ ਪਰ ਪਤਾ ਨਹੀਂ ਸੌਖੀ ਕਦੋਂ ਹੋਵਾਂਗੀ। ਪਰ ਡਾਕਟਰ ਸਾਹਿਬ ਵੱਲੋਂ ਮੈਂ ਬਹੁਤ ਸੇਫ ਆ, ਮੈਨੂੰ ਡਾਕਟਰ ਸਾਹਿਬ ਦੀ ਬਹੁਤ ਹੈਲਪ ਮਿਲਦੀ ਆ, ਮੈਨੂੰ ਸਟਾਫ ਵੀ ਬਹੁਤ ਵਧੀਆ ਮੇਰੇ ਨਾਲ ਇੱਥੇ ਰਹਿੰਦੇ ਆ। ਮੈਂ ਬਿਮਾਰ ਹੋ ਗਈ ਸੀ, ਫਿਰ ਡਾਕਟਰ ਸਾਹਿਬ ਨੇ ਮੈਨੂੰ ਦੁਬਾਰੇ ਬੁਲਾਇਆ, ਮੈਂ ਦੁਬਾਰੇ ਆਣ ਕੇ ਹੁਣ ਜੌਬ ਕਰਨ ਲੱਗੀ ਆ। ਤੇ ਪਰ ਜਿਹੜਾ ਅੰਦਰ ਦਾ ਮੇਰਾ ਦੁੱਖ ਆ ਨਾ, ਉਹ ਮੇਰਾ ਹਜੇ ਖਤਮ ਨਹੀਂ ਹੋਣ ਚਾਹੁੰਦਾ ਪਿਆ। ਪਤਾ ਨਹੀਂ ਉਹ ਕਦੋਂ ਖਤਮ ਹੋਣਾ, ਮੈਨੂੰ ਖੁਦ ਨਹੀਂ ਸਮਝ ਲੱਗਦੀ। ਜਿਸ ਤਰ੍ਹਾਂ ਹੁਣ ਮੈਂ ਇਹ ਸੋਚਿਆ ਸੀ ਕਿ ਨਾਲ ਆਪਣਾ ਚਲੋ ਥੋੜਾ ਟਾਈਮ ਜਿੱਦਾਂ ਬੰਦੇ ਨੂੰ ਘਰ ਨੀਂਦ ਨਹੀਂ ਆਉਂਦੀ ਨਾ, ਤਾਂ ਮੈਂ ਚਲੋ ਗੱਡੀ ਲੈ ਕੇ ਟ੍ਰੇਨਿੰਗ ਸੈਂਟਰ ਖੋਲ ਲੈਂਦੀ ਆ। ਨਾਲ ਮੇਰੀ ਹੈਲਪ ਕੀਤੀ NRI ਭਰਾਵਾਂ ਨੇ, ਕੈਨੇਡਾ ਦੇ ਵਿੱਚ ਆ, ਅਮਰੀਕਾ ਦੇ ਵਿੱਚ ਆ ਭਾਜੀ ਹੁਣੀ, ਉਹਨਾਂ ਨੇ ਮੇਰੀ ਹੈਲਪ ਕੀਤੀ। ਉਹਨਾਂ ਨੇ ਮੈਨੂੰ ਚੱਲਦੀ ਗੱਡੀ ਵੈਗਨਰ ਲੈ ਕੇ ਦਿੱਤੀ, ਹੈ ਨਾ, ਟ੍ਰੇਨਿੰਗ ਸੈਂਟਰ ਖੋਲਣ ਵਾਸਤੇ। ਚਲੋ ਵਿੱਚ ਮੈਂ ਬਿਮਾਰ ਹੋ ਗਈ, ਉਹ ਵੀ ਇੱਥੇ ਲੋਕਾਂ ਨੇ ਐਵੇਂ ਧਮਾਤਾ ਸਾਰੇ ਕਿ ਮਨਜੀਤ ਗੱਡੀ ਚਲਾਉਣ ਲੱਗ ਗਈ ਹੈ, ਮਨਜੀਤ ਟ੍ਰੇਨਿੰਗ ਸੈਂਟਰ ਖੋਲ ਲਿਆ। ਮਤਲਬ ਕਿ ਮੈਂ ਹਜੇ ਕੰਮ ਸ਼ੁਰੂ ਨਹੀਂ ਕਰਦੀ ਤੇ ਲੋਕੀ ਪਹਿਲਾਂ ਲਾਲਾ ਮਚਾ ਦਿੰਦੇ ਆ। ਮੈਨੂੰ ਇਹ ਸਮਝ ਨਹੀਂ, ਕੰਮ ਤੇ ਮੈਂ ਆਪਣਾ ਕਰਨਾ ਹੁੰਦਾ, ਆਪਣੀ ਮੇਰੀ ਸਿਰਦਰਦੀ ਹੁੰਦੀ ਹੈ। ਲੋਕਾਂ ਨੂੰ ਟੈਨਸ਼ਨ ਕਾਹਦੀ ਹੋ ਜਾਂਦੀ ਹੈ ਇਸ ਚੀਜ਼ ਦੀ, ਕਿਉਂਕਿ ਮੈਂ ਜੀ ਨਹੀਂ ਸਕਦੀ ਹੈਗੀ, ਮੇਰੇ ਜੀਣ ਦਾ ਕੋਈ ਹੱਕ ਨਹੀਂ ਹੈਗਾ। ਮੈਂ ਅੱਜ ਵੀ ਇਸ ਚੀਜ਼ ਨੂੰ ਸੋਚਦੀ ਹਾਂ ਕਿ ਮੈਂ ਕਿਸੇ ਪਾਸੇ ਜੀ ਨਹੀਂ ਸਕਦੀ, ਕਿ ਮੈਨੂੰ ਕੋਈ ਖੁਸ਼ੀ ਨਹੀਂ ਮੇਰੇ ਕਰਮਾਂ ਦੇ ਵਿੱਚ ਲਿਖੀ ਹੈਗੀ। ਜੇ ਮੈਨੂੰ ਘਰਦਿਆਂ ਵੱਲੋਂ ਨਹੀਂ ਮਿਲੀ ਜਾਂ ਮੈਨੂੰ ਕਿਤੋਂ ਨਹੀਂ ਮਿਲੀ, ਤਾਂ ਮੈਨੂੰ ਆਪਣੇ ਕੰਮ ਵੱਲੋਂ ਤਾਂ ਮਿਲ ਜਾਵੇ ਨਾ। ਮੈਨੂੰ ਉਹ ਵੀ ਨਹੀਂ ਕਰਨ ਦਿੰਦੇ। ਮੈਂ ਆਪਣਾ ਟਾਈਮ ਕੱਢ ਕੇ ਮੈਂ ਗੱਡੀ ਸਿਖਾਉਣੀ ਹੈ। ਜਿੱਦਾਂ ਮੈਂ ਸਵੇਰੇ ਡਿਊਟੀ ਤੇ ਹੁੰਦੀ ਹਾਂ, ਮੈਂ ਅੱਗੇ ਵੀ ਇੱਦਾਂ ਹੀ ਕਰਦੀ ਸੀ ਕਿ ਮੈਂ ਡਿਊਟੀ ਤੇ ਆਉਂਦੀ ਸੀ, ਪਰ ਡਿਊਟੀ ਤੇ ਆਉਣ ਤੋਂ ਪਹਿਲਾਂ ਮੈਂ ਗੱਡੀ ਸਿਖਾਉਂਦੀ ਹੁੰਦੀ ਸੀ। ਉਹ ਵੀ ਨਹੀਂ ਬਰਦਾਸ਼ਤ ਹੁੰਦਾ ਕਿਸੇ ਕੋਲੋਂ। ਮੈਂ ਸੋਚਦੀ ਮਾੜਾ ਕੀ ਕਰਨੀ ਆ ਕਿਸੇ ਦਾ, ਕੀ ਮੈਂ ਮਾੜੇ ਕਰਮ ਕੀਤੇ ਨੇ। ਲੋਕੀ ਕਹਿੰਦੇ ਨੇ ਰੂੜੀ ਦੀ ਸੁਣੀ ਜਾਂਦੀ ਸੀ, ਇੰਨੇ ਸਾਲ 13 ਸਾਲ ਬਾਅਦ ਰੂੜੀ ਦੀ ਸੁਣੀ, ਮੇਰੀ ਸੁਣੀ ਕਿਉਂ ਨਹੀਂ ਜਾਂਦੀ ਹੈਗੀ? ਮੈਂ ਤਾਂ ਬਚਪਨ ਤੋਂ ਲੈ ਕੇ ਬੁਢਾਪੇ 'ਚ ਆ ਗਈ ਹਾਂ, ਮੇਰੀ ਤਾਂ ਹਜੇ ਤੱਕ ਨਹੀਂ ਸੁਣੀ ਗਈ। ਮੈਂ ਇਹੀ ਕਹਿੰਨੀ ਆ ਕਿ ਇੱਕ ਤੇ ਧੀਆਂ ਨੂੰ ਹੱਕ ਦੇਣਾ ਚਾਹੀਦਾ, ਮਾਂ ਪਿਓ ਨੂੰ। ਜਿੱਦਾਂ ਦੇ ਬੱਚੇ ਹੁੰਦੇ ਆ ਨਾ, ਮਾਂ ਨੇ ਜੰਮੇ ਹੁੰਦੇ ਆ, ਸਾਰਿਆਂ ਦਾ ਇੱਕੋ ਜਿਹਾ ਹੱਕ ਹੁੰਦਾ, ਧੀਆਂ ਦਾ ਵੀ ਉਦਾਂ ਦਾ, ਪੁੱਤਾਂ ਦਾ ਵੀ ਉਦਾਂ ਦਾ। ਮੈਂ ਆਪਣੇ ਭਰਾਵਾਂ ਦਾ ਕੇਸ ਕੀਤਾ, ਅੱਗੇ ਵੀ ਦੱਸਿਆ, ਉੱਥੋਂ ਵੀ ਮੈਨੂੰ ਮੇਰਾ ਹੱਕ ਨਹੀਂ ਮਿਲਿਆ ਹੈਗਾ।
ਦੂਜੀ ਇਹ ਕਿ ਆਪਾਂ ਸਮਾਜ ਦੇ ਵਿੱਚ ਜਦੋਂ ਰਹਿੰਦੇ ਆ ਸਾਨੂੰ ਲੋਕੀ ਕਹਿੰਦੇ ਨੇ ਕਿ ਧੀਆਂ ਦੇ ਸਾਰੇ ਹੱਕ ਧੀਆਂ ਦੀ ਸੁਣੀ ਜਾਂਦੀ ਹੈ। ਨਹੀਂ, ਉਹ ਇੱਥੇ ਨਹੀਂ ਸੁਣੀ ਜਾਂਦੀ। ਉਹ ਬਾਹਰਲੇ ਮੁਲਕਾਂ 'ਚ ਹੀ ਆ ਕਿ ਕੁੜੀਆਂ ਦੀ ਜਨਾਨੀਆਂ ਦੀ ਸੁਣੀ ਜਾਂਦੀ ਹੈ, ਬੱਚਿਆਂ ਦੀ ਨਹੀਂ। ਇੰਡੀਆ 'ਚ ਕਿਤੇ ਕਿਸੇ ਦੀ ਨਹੀਂ ਸੁਣੀ ਜਾਂਦੀ। ਇੰਡੀਆ 'ਚ ਅੱਜ ਵੀ ਧੀਆਂ ਉਦਾਂ ਹੀ ਰੋਲਦੀਆਂ ਨੇ ਤੇ ਸ਼ਾਇਦ ਕੱਲ੍ਹ ਦੀ ਵੀ ਰੋਲਦੀਆਂ ਰਹਿਣਗੀਆਂ। ਕੋਈ ਨਹੀਂ ਸੁਣਵਾਈ ਹੈਗੀ। ਜੇ ਮੰਨ ਲਓ ਮੈਂ ਕਿਤੇ ਗੱਡੀ ਚਲਾਨੀ ਆ ਨਾ ਬਈ ਤੇ ਅੱਗੇ 4 ਜਣੇ ਆ ਗਏ ਆ ਤੇ ਮੈਂ ਆਪਣੇ ਲਈ ਨਹੀਂ ਗੱਡੀ ਚਲਾਉਂਦੀ, ਮੈਂ ਪੇਸ਼ੈਂਟ ਵਾਸਤੇ ਗੱਡੀ ਚਲਾਨੀ ਆ ਹਨਾ। ਤੇ ਰਸਤਾ ਲੈਣ ਦੀ ਬਜਾਏ ਅਸੀਂ ਉਹਨਾਂ ਨੂੰ ਕਹਿੰਦੇ ਆ ਕਿ ਸਾਨੂੰ ਰਸਤਾ ਦਿਓ ਹਨਾ। ਉਹ ਬਾਹਰ ਆਣ ਕੇ ਨਿਕਲਣਗੇ, ਤੇਰੇ 'ਚ ਬਹੁਤ ਈਗੋ ਹੈ ਤੇ ਤੂੰ ਜਨਾਨੀ ਜਾਤ ਹੀ ਹੈ ਨਾ। ਕੀ ਗੱਲ, ਜਨਾਨੀ ਜਾਤ ਜਿਹੜੀ ਹੈ, ਤੁਸੀਂ ਜਨਾਨੀ ਦੇ ਕੋਲੋਂ ਇੱਕ ਕੋ ਪੈਦਾ ਹੋਏ ਹੋ। ਤੁਹਾਡੀ ਜਨਾਨੀ ਨੇ ਤੁਹਾਡਾ ਅੱਗਾ ਵਧਾਇਆ ਹੈ। ਤੁਸੀਂ ਇੱਕ ਜਨਾਨੀ ਨੂੰ ਉੱਠ ਕੇ 4 ਜਣੇ ਕਹਿਣ ਦਿਓ ਕਿ ਤੂੰ ਜਨਾਨੀ ਜਿਆਦੀ ਈਗੋ, ਤੇਰੇ 'ਚ ਬਾਹਲੀ ਅੱਗ ਲੱਗੀ ਹੈ। ਉਹ ਤੁਸੀਂ ਇਹਨਾਂ ਦੇ ਦੇਖ ਲਓ ਕਿ ਜੇ ਜਨਾਨੀ ਚਲਾਣ ਡਈ ਹੈ, ਜਨਾਨੀ ਕਿਹਦੇ ਲਈ ਚਲਾਣ ਡਈ ਹੈ? ਕੋਈ ਵਿੱਚ ਮਰਨ ਡਿਆ ਹੈ, ਕਿਸੇ ਨੂੰ ਬਚਾਉਣਾ ਹੈ, ਕਿਸੇ ਦੀ ਜਾਨ ਆ ਨਾ। ਲੋਕਾਂ ਨੂੰ ਕੋਈ ਇਹ ਚੀਜ਼ ਦਾ ਕਦਰ ਨਹੀਂ ਹੈਗੀ ਕਿਸੇ ਨੂੰ ਜਨਾਨੀ ਦੀ। ਅੱਜ ਦੇ ਸਮਾਜ 'ਚ ਮੈਂ ਮੰਨਣੀ ਆ ਕਿ ਨਹੀਂ, 100 'ਚੋਂ 1 ਬੰਦਾ ਹੋਏਗਾ ਜਿਹੜਾ ਜਨਾਨੀ ਦੀ ਕਦਰ ਲੇਡੀਜ਼ ਦੀ ਕਰਦਾ ਹੋਏਗਾ, ਅਦਰਵਾਈਜ਼ ਕੋਈ ਨਹੀਂ ਕਰਦਾ। ਸਾਰੇ ਅੱਜ ਵੀ ਉਹਨੂੰ ਪੈਰ ਦੀ ਜੁੱਤੀ ਸਮਝਦੇ ਆ। ਜਿਹੜੀਆਂ ਤੇ ਆਪਣੇ ਸਿਰ ਤੇ ਤੁਰ ਪਈਆਂ ਨੇ ਪਰ ਜਦੋਂ ਉਹਨਾਂ ਦਾ ਆਪਣਾ ਸਿਰ ਹੁੰਦਾ ਨਾ, ਜਦੋਂ ਬੱਚੇ ਅੱਗੇ ਆ ਜਾਂਦੇ ਨੇ, ਫਿਰ ਉਹਨਾਂ ਦਾ ਸਿਰ ਥੋੜਾ ਨੀਵਾਂ ਹੋ ਜਾਂਦਾ ਹੈ, ਕਿਉਂਕਿ ਉਹਨਾਂ ਨੇ ਸਾਰਾ ਪਾਸਾ ਵੇਖਣਾ ਹੁੰਦਾ। ਜੇ ਉਹ ਜਨਾਨੀ ਅੱਜ ਸਿਰ ਚੁੱਕਦੀ ਹੈ ਨਾ ਅੱਗੇ, ਫਿਰ ਉਹਨੂੰ ਬੱਚੇ ਦਾ ਕਰਕੇ ਆਪਣਾ ਸਿਰ ਨੀਵਾਂ ਕਰਨਾ ਪੈਂਦਾ ਕਿ ਨਹੀਂ, ਜੇ ਮੈਂ ਇਹ ਕੰਮ ਕੀਤਾ ਨਾ ਮੇਰੇ ਬੱਚੇ ਤੇ ਅਸਰ ਪਏਗਾ। ਜਨਾਨੀ ਨਹੀਂ ਕਰ ਸਕਦੀ ਕੁਝ ਵੀ, ਦੁਨੀਆ ਨਹੀਂ ਕਰਨ ਦਿੰਦੀ। ਪਰ ਮੈਂ ਇਹ ਚੀਜ਼ ਨੂੰ ਸੋਚਣੀ ਆ ਨਾ, ਕਰਨਾ ਚਾਹੀਦਾ ਹੈ। ਕਿੰਨਾ ਕੁ ਚਿਰ ਬਰਦਾਸ਼ਤ ਕੋਈ ਕਰੇਗਾ। ਪਰ ਜਦੋਂ ਬੱਚਿਆਂ ਦੀ ਗੱਲ ਆਉਂਦੀ ਹੈ ਉਦੋਂ ਹਾਰ ਜੀ ਬੰਦਾ ਮੰਨ ਜਾਂਦਾ ਹੈ। ਅੱਜ ਵੀ ਇਹੀ ਚੀਜ਼ਾਂ ਮੇਰੇ ਅੱਗੇ ਆਉਂਦੀਆਂ ਨੇ। ਮੈਂ ਅੱਗੇ ਕਿਸੇ ਦੀ ਗੱਲ ਨਹੀਂ ਸੀ ਬਰਦਾਸ਼ਤ ਕਰਦੀ ਹੁੰਦੀ। ਮੈਂ ਕਹਿਣਾ ਨਹੀਂ, ਇਹ ਗੱਲ ਮੇਰੇ ਨਾਲ ਏਦਾਂ ਹੋਈ, ਮੈਂ ਆਪਣੀ ਕਮਾਨੀ, ਮੈਂ ਆਪਣੀ ਖਾਨੀ ਹੈ ਨਾ। ਮੈਂ ਅਗਲੇ ਨੂੰ ਪੈ ਜਾਣਾ ਵੀ ਨਹੀਂ, ਮੈਂ ਇਹਦੇ ਸਹੀ ਕੀਤਾ। ਜੇ ਮੈਂ ਘਾਟੇ ਨੂੰ ਜਾਨੀ ਆ ਨਾ, ਮੈਂ ਘਾਟੇ ਨੂੰ ਜਾਨੀ ਆ, ਮੈਨੂੰ ਲੋੜ ਹੈ, ਮੈਂ ਜਾਨੀ ਆ ਘਾਟੇ ਨੂੰ। ਪਰ ਮੈਂ ਅੱਜ ਲੜਾਈ ਤੋਂ ਬੜੀ ਪਰਾਂ ਰਹਿਨੀ ਆ। ਮੈਂ ਕਹਿੰਦੀ ਨਹੀਂ, ਮੈਂ ਹੱਥ ਜੋੜੇ ਤੁਹਾਡੇ ਅੱਗੇ, ਮੈਂ ਨਹੀਂ ਲੜ ਸਕਦੀ। ਜੇ ਉਹ ਨਹੀਂ ਲੜਦੀ ਹੈਗੀ ਤੇ ਫਿਰ ਵੀ ਮੇਰੇ ਨਾਲ ਕਿਉਂ ਧੱਕਾ ਹੁੰਦਾ ਸਾਰੇ ਪਾਸੇ? ਮੰਨ ਲਓ ਕੋਰਟ ਕੇਸ ਕੀਤੇ ਨੇ, ਸਾਰੇ ਪਾਸੇ ਕੀਤੇ ਨੇ, ਕੀ ਗੱਲ ਕੋਰਟ ਕੇਸ ਦੇ ਵਿੱਚ ਕਿਸੇ ਨੂੰ ਪਤਾ ਨਹੀਂ ਲੱਗਦਾ ਹੈਗਾ ਵੀ ਇਹ ਔਰਤ ਇਕੱਲੀ ਆ, ਇਹਦੀ ਹੈਲਪ ਕੀਤੀ ਜਾਵੇ, ਇਹਦੀ ਮਦਦ ਕੀਤੀ ਜਾਵੇ? ਨਾ,